ਕਲੀਸਿਆ ਦੀ ਤਰੱਕੀ ਵਿੱਚ ਮੁਨਾਦ ਸਾਹਿਬਾਨ ਦਾ ਕਿਰਦਾਰ, ਆਓ ਇਹਨੂੰ ਮਿਲ ਕੇ ਦਰਿਆਫਤ ਕਰੀਏ। ਮੁਨਾਦ ਸਾਹਿਬਾਨ ਕਲੀਸਿਆ ਦੀ ਤਰੱਕੀ ਵਿੱਚ ਇੱਕ ਬਹੁਤ ਅਹਿਮ ਕਿਰਦਾਰ ਕਰ ਰਹੇ ਨੇ ਤੇ ਕਰਦੇ ਰਹੇ ਨੇ। ਅਗਰ ਮੁਨਾਦ ਨਹੀਂ ਤੇ ਕਲੀਸਿਆ ਨਹੀਂ। ਇਸ ਲਈ ਅਗਰ ਅਸੀਂ ਮਜ਼ਬੂਤ ਕਲੀਸਿਆ ਚਾਹੁੰਦੇ ਹਾਂ ਤੇ ਸਾਨੂੰ ਮਜ਼ਬੂਤ ਮੁਨਾਦ ਸਾਹਿਬਾਨ ਦੀ ਜ਼ਰੂਰਤ ਹੈ। ਸਿਰਫ ਰੂਹਾਨੀ ਤੌਰ ਤੇ ਮਜ਼ਬੂਤ ਨਹੀਂ, ਬਲਕਿ ਜਿਸਮਾਨੀ ਤੇ ਮਾਲੀ ਤੌਰ ਤੇ ਮਜ਼ਬੂਤ ਮੁਨਾਦ ਸਾਹਿਬਾਨ ਦੀ ਜ਼ਰੂਰਤ ਹੈ। ਪੁਰਾਣੇ ਵਕਤਾਂ ਵਿੱਚ ਜਦੋਂ ਗੋਰੇ ਫਾਦਰਾਂ ਦਾ ਦੌਰ ਸੀ, ਯਾਨੀ ਮਿਸ਼ਨਰੀਜ਼ ਦਾ ਦੌਰ ਸੀ, ਤੇ ਉਸ ਵਕਤ ਮੁਨਾਦ ਸਾਹਿਬਾਨ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਸੀ। ਫਾਦਰ ਤੇ ਇਲਾਕੇ ਵਿੱਚ ਇਤਵਾਰ ਜਾਂ ਦੂਰ ਦਰਾਜ਼ ਇਲਾਕਿਆਂ ਵਿੱਚ 1 ਮਹੀਨੇ ਬਾਅਦ, 3 ਮਹੀਨੇ ਬਾਅਦ ਜਾਂ ਸਾਲ 'ਚ 2 ਵਾਰੀ ਜਾਂਦੇ ਸਨ। ਲੇਕਿਨ ਸਾਰੀ ਜਿਹੜੀ ਪੈਸਟਰਲ ਜ਼ਿੰਮੇਵਾਰੀ ਹੁੰਦੀ ਸੀ, ਜਿਹੜੀ ਪਾਸਬਾਨੀ ਜ਼ਿੰਮੇਵਾਰੀ ਹੁੰਦੀ ਸੀ, ਉਹ ਮੁਨਾਦ ਸਾਹਿਬਾਨ ਦੀ ਜ਼ਿੰਮੇਵਾਰੀ ਹੁੰਦੀ ਸੀ। ਫਾਦਰ ਪਾਕਮਾਸ ਕਰਾ ਕੇ ਆ ਜਾਂਦੇ ਸਨ। ਬਹੁਤ ਥੋੜੇ ਫਾਦਰ ਸਨ ਜਿਹੜੇ ਉਹਨਾਂ ਵਕਤਾਂ 'ਚ ਵੀ ਇਲਾਕਿਆਂ ਵਿੱਚ ਜ਼ਿਆਦਾ ਦੇਰ ਰਹਿੰਦੇ ਸਨ, ਲੇਕਿਨ ਜ਼ਿਆਦਾਤਰ ਜਿਹੜਾ ਕਿਰਦਾਰ ਸੀ ਉਹ ਮੁਨਾਦ ਸਾਹਿਬਾਨ ਦਾ ਹੁੰਦਾ ਸੀ। ਸਾਰੀ ਸੈਕਰਾਮੈਂਟਲ ਤਿਆਰੀ, ਸੈਕਰਾਮੈਂਟਸ ਦੀ ਤਿਆਰੀ ਜਿਹੜੀ ਹੈ ਉਹ ਮੁਨਾਦ ਸਾਹਿਬਾਨ ਕਰਾਉਂਦੇ ਸਨ। ਫਾਦਰ ਸਾਹਿਬ ਜਿਹੜੇ ਨੇ ਪਹਿਲੀ ਪਾਕ ਸ਼ਾਕਤ ਜਾਂ ਇਤਰਾਫ ਲਈ ਉਦੋਂ ਜਾਂਦੇ ਸਨ ਜਦੋਂ ਬੱਚੇ ਤਿਆਰ ਹੁੰਦੇ ਸਨ। ਇਸੇ ਤਰ੍ਹਾਂ ਬਿਸ਼ਪ ਸਾਹਿਬਾਨ ਦੇ ਆਉਣ ਤੋਂ ਪਹਿਲਾਂ ਇਸਤਿਹਕਾਮ ਦੀ ਤਿਆਰੀ ਉਹ ਸਾਰੀ ਮੁਨਾਦ ਦੇ ਜ਼ਿੰਮੇ ਹੁੰਦੀ ਸੀ, ਔਰ ਮੁਨਾਦ ਇਸ ਜ਼ਿੰਮੇਦਾਰੀ ਨੂੰ ਬੜੇ ਅਹਿਸਨ ਤਰੀਕੇ ਨਾਲ ਪੂਰਾ ਕਰਦੇ ਸਨ। ਇਸ ਲਈ ਜਿਹੜਾ ਸੈਕਰਾਮੈਂਟੀ ਜਿਹੜਾ ਚਰਚ ਹੈ ਪਾਕਿਸਤਾਨ ਦੇ ਵਿੱਚ, ਉਹ ਸਾਰਾ ਮੁਨਾਦ ਸਾਹਿਬਾਨ ਦਾ ਬਣਾਇਆ ਹੋਇਆ ਹੈ। ਆਫ ਕੋਰਸ ਇਹਦੇ ਵਿੱਚ ਫਾਦਰਾਂ ਦਾ ਬਹੁਤ ਅਹਿਮ ਕਿਰਦਾਰ ਹੈ, ਲੇਕਿਨ ਇਹ ਸਾਰਾ ਜਿਹੜਾ ਸੈਕਰਾਮੈਂਟਲ ਚਰਚ ਹੈ ਇਹ ਮੁਨਾਦ ਸਾਹਿਬਾਨ ਦੀ ਬੁਨਿਆਦੀ ਤਰਬੀਅਤ ਦਾ ਬਣਾਇਆ ਹੋਇਆ। ਆਓ ਹੁਣ ਗੌਰ ਕਰੀਏ ਕਿ 1980 ਤੋਂ ਬਾਅਦ ਕੈਟੇਕਿਸਟਾਂ ਦਾ ਕਿਰਦਾਰ ਕਲੀਸਿਆ ਦੇ ਵਿੱਚ ਕਿੰਜ ਤਬਦੀਲ ਹੋਇਆ, ਖਾਸ ਤੌਰ ਤੇ ਫੈਸਲਾਬਾਦ ਤੇ ਮੁਲਤਾਨ 'ਚ। 1980 ਤੋਂ ਬਾਅਦ ਜਿਹੜੇ ਸਾਡੇ ਪ੍ਰੀਸਟ, ਜਿਹੜੇ ਮੁਕਾਮੀ ਪ੍ਰੀਸਟ ਹੈ, ਉਹਨਾਂ ਦੀ ਤਾਦਾਦ ਵਧਣਾ ਸ਼ੁਰੂ ਹੋ ਗਈ। ਕਾਫੀ ਤਾਦਾਦ ਵਿੱਚ ਪ੍ਰੀਸਟ ਬਣੇ 1980 ਤੋਂ ਬਾਅਦ, ਔਰ ਇਹਦੇ ਨਾਲ ਹੀ ਕੈਟੇਕਿਸਟਾਂ ਦੀ ਤਾਦਾਦ ਵੀ ਵਧੀ। ਮੁਕਾਮੀ ਬਿਸ਼ਪ ਜਿਹਨੇ 2 ਪੰਜਾਬੀ ਬਿਸ਼ਪ ਬਣੇ, ਯਾਨੀ ਬਿਸ਼ਪ ਪਤਰਸ ਤੇ ਬਿਸ਼ਪ ਜੌਨ 1980 ਤੇ ਬਿਸ਼ਪ ਪਤਰਸ 1982 ਵਿੱਚ। ਇਸ ਲਈ ਇਹਨਾਂ ਦੋਵਾਂ ਦੇ ਆਉਣ ਨਾਲ ਕਲੀਸਿਆ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਆਈ ਕਿ ਮੁਕਾਮੀ ਲੋਕਾਂ ਦਾ ਕਿਰਦਾਰ ਬਹੁਤ ਵਧਿਆ। ਯਾਨੀ ਖਾਸ ਤੌਰ ਤੇ ਪੰਜਾਬੀ ਲੋਕ ਜਿਹੜੇ ਨੇ ਉਹ ਕਲੀਸਿਆ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਨ ਲੱਗ ਪਏ, ਔਰ ਇਹਦੇ ਦੌਰਾਨ ਮੁਨਾਦ ਸਾਹਿਬਾਨ ਦਾ ਦੌਰ ਵੀ ਵਧਿਆ। ਲੇਕਿਨ 1984 ਵਿੱਚ ਬਿਸ਼ਪ ਜੌਨ ਨੇ ਮੁਕੰਮਲ ਤੌਰ ਤੇ ਡਾਇਸਿਸ ਦਾ ਚਾਰਜ ਸੰਭਾਲਿਆ, ਔਰ 1984 ਵਿੱਚ ਹੀ ਬਿਸ਼ਪ ਪਤਰਸ ਆਗਜ਼ੀਲਰੀ ਬਿਸ਼ਪ ਤੋਂ ਬਾਅਦ, ਕਿਉਂਕਿ ਬਿਸ਼ਪ ਬੋਲੈਂਡ ਰਿਟਾਇਰ ਹੋ ਗਏ, ਤੇ ਉਹ ਬਿਸ਼ਪ ਪਤਰਸ ਨੇ ਮੁਲਤਾਨ ਡਾਇਸਿਸ ਦਾ ਚਾਰਜ ਸੰਭਾਲਿਆ। 1986 ਵਿੱਚ ਕਿਉਂਕਿ ਕਾਰੀਤਾਸ ਦੇ ਨਾਲ ਮਿਲ ਕੇ ਬਿਸ਼ਪ ਪਤਰਸ ਨੇ ਇੱਕ ਬਹੁਤ ਵੱਡਾ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕੀਤਾ, ਜਿਹਦੇ ਵਿੱਚ ਨਵੇਂ ਕਾਰੀਤਾਸ ਦੇ ਡਿਵੈਲਪਮੈਂਟ ਲੀਡਰਸ ਤਿਆਰ ਕੀਤੇ ਗਏ, ਔਰ ਜਿਨ੍ਹਾਂ ਨੇ ਕਾਰੀਤਾਸ ਨੇ ਬਿਸ਼ਪ ਪਤਰਸ ਦੇ ਬਿਸ਼ਪਸ ਦੇ ਨਾਲ ਮਿਲ ਕੇ ਔਰ ਲੋਕਾਂ ਨਾਲ ਮਿਲ ਕੇ ਇੱਕ ਬਹੁਤ ਵੱਡਾ ਲੋਕਾਂ ਦੀ ਤਰੱਕੀ ਵਿੱਚ ਕਿਰਦਾਰ ਅਦਾ ਕੀਤਾ। ਇਸ ਤਰ੍ਹਾਂ ਬਿਸ਼ਪ ਜੌਨ ਦਾ ਜਿਹੜਾ ਜ਼ਿਆਦਾ ਰੁਝਾਨ ਸੀ, ਉਹਨਾਂ ਦੀ ਜਿਹੜੀ ਪ੍ਰਾਇਓਰਿਟੀ ਸੀ, ਉਹ ਸੀ ਹਿਊਮਨ ਰਾਈਟਸ। ਇਹਨਾਂ ਦੋਵਾਂ ਬਿਸ਼ਪ ਸਾਹਿਬਾਨ ਨੇ, ਬਿਸ਼ਪ ਜੌਨ ਨੇ ਹਿਊਮਨ ਰਾਈਟਸ ਤੇ ਬਹੁਤ ਕੰਮ ਕੀਤਾ, ਔਰ ਬਿਸ਼ਪ ਪਤਰਸ ਨੇ ਡਿਵੈਲਪਮੈਂਟ ਤੇ, ਖਾਸ ਤੌਰ ਤੇ ਕਿਸਾਨਾਂ ਤੇ ਗਰੀਬ ਲੋਕਾਂ ਦੀ ਡਿਵੈਲਪਮੈਂਟ ਤੇ ਬਹੁਤ ਕੰਮ ਕੀਤਾ। ਲੇਕਿਨ ਇਸ ਅਰਸੇ ਦੇ ਦੌਰਾਨ ਇਹ ਹੋਇਆ ਕਿ ਜਿਹੜਾ ਕੈਟੀਕੈਟੀਕਲ ਕੰਮ ਹੈ ਉਹ ਸਾਡਾ ਬੜਾ ਇਗਨੋਰ ਹੋਇਆ। ਕੈਟੀਕੇਟ ਮਸੀਹੀ ਤਾਲੀਮ ਬਹੁਤ ਇਗਨੋਰ ਹੋਈ। ਅਸੀਂ ਜਿਸਮਾਨੀ ਤੇ ਜਿਹੜੀ ਆਪਣੇ ਰਾਈਟਸ ਦੀ ਜਿਹੜੀ ਹੈ ਸਟਰਗਲ, ਉਹਦੇ ਵਿੱਚ ਜ਼ਿਆਦਾ ਮਸਰੂਫ ਹੋ ਗਏ, ਲੇਕਿਨ ਜਿਹੜੀ ਸਾਡੀ ਬੁਨਿਆਦੀ ਮਸੀਹੀ ਤਾਲੀਮ ਸੀ ਉਹ ਥੋੜੀ ਕਮਜ਼ੋਰ ਹੋ ਗਈ, ਔਰ ਜਿਹਦੀ ਵਜ੍ਹਾ ਨਾਲ ਜਦੋਂ ਬੁਨਿਆਦੀ ਮਸੀਹੀ ਤਾਲੀਮ ਤੇ ਬਹੁਤ ਕਮਜ਼ੋਰ ਹੋਇਆ, ਤੇ ਉਹਦੇ ਨਾਲ ਇਹ ਫਰਕ ਪਿਆ ਕਿ ਕੈਟੇਕਿਸਟ ਵੀ ਇਗਨੋਰ ਹੋਏ। ਉਹਨਾਂ ਦੀ ਜਗ੍ਹਾ ਕਾਰੀਤਾਸ ਦੇ ਐਨੀਮੇਟਰਸ ਬਹੁਤ ਜ਼ਿਆਦਾ ਪ੍ਰੋਮੀਨੈਂਟ ਹੋਏ, ਔਰ ਲੋਕੀ ਉਧਰ ਜ਼ਿਆਦਾ ਅਟਰੈਕਟ ਹੁੰਦੇ ਸਨ, ਕਿਉਂਕਿ ਉਹਨਾਂ ਦੀ ਤਰੱਕੀ ਦੇ ਮੁਤਲਕ ਗੱਲਬਾਤ ਕਰਦੇ ਸਨ, ਔਰ ਜਿਹਦੀ ਵਜ੍ਹਾ ਨਾਲ ਕੈਟੇਕਿਸਟ ਕਮਜ਼ੋਰ ਹੋਇਆ, ਔਰ ਕੈਟੇਕਿਸਟ ਦੀ ਜਿਹੜੀ ਅਹਿਮੀਅਤ ਘਟੀ, ਔਰ ਕਾਰੀਤਾਸ ਦੇ ਐਨੀਮੇਟਰ ਦੀ ਅਹਿਮੀਅਤ ਇਲਾਕੇ 'ਚ ਜ਼ਿਆਦਾ ਵੱਧ ਗਈ। ਤਾਂ ਆਓ ਹੁਣ ਇਸ ਅਗਲੀ ਕਲਿੱਪ 'ਚ ਅਸੀਂ ਵੇਖਦੇ ਹਾਂ ਕਿ ਫਿਰ ਕੈਟੇਕਿਸਟਾਂ ਨੇ ਇਸ ਕਿਰਦਾਰ ਨੂੰ ਕਿੰਝ ਨਿਭਾਇਆ। ਅਗਰ ਅਸੀਂ ਕੈਟੇਕਿਸਟਾਂ ਦੇ ਕਿਰਦਾਰ ਤੋਂ ਜਾਂ ਉਹਨਾਂ ਦੇ ਸਲਾਹੀਅਤਾਂ ਤੋਂ ਫਾਇਦਾ ਉਠਾਉਣਾ ਚਾਹੁੰਦੇ ਹਾਂ, ਤੇ ਫਿਰ ਸਾਨੂੰ ਉਹਨਾਂ ਦੇ
ਹਕੂਕ ਦਾ ਬਹੁਤ ਖਿਆਲ ਰੱਖਣਾ ਪਏਗਾ। ਮੇਰਾ ਖਿਆਲ ਹੈ ਕਿ ਕੈਟੇਕਿਸਟ ਚਰਚ ਦਾ ਇੱਕ ਬਹੁਤ ਪਿਸਿਆ ਹੋਇਆ ਤਬਕਾ ਹੈ। ਬਹੁਤ ਸਾਰੇ ਮੁਨਾਦ ਸਾਹਿਬਾਨ ਕੋ ਜਿਹੜੇ ਪਿੰਡਾਂ ਵਿੱਚ ਨੇ ਉਹਨਾਂ ਕੋਲ ਅੱਛੇ ਘਰ ਵੀ ਨਹੀਂ। ਅਗਰ ਕਿਸੇ ਫਾਦਰ ਦੀ ਕੋਈ ਜ਼ਾਤੀ ਦਿਲਚਸਪੀ ਹੋਏ ਤੇ ਉਹਨੂੰ ਅੱਛਾ ਘਰ ਮਿਲ ਸਕਦਾ ਹੈ, ਵਰਨਾ ਤੇ ਬਹੁਤ ਬੁਰੀ ਹਾਲਤ ਜਿਵੇਂ ਮੁਨਾਦ ਸਾਹਿਬਾਨ ਫੈਸਲਾਬਾਦ ਤੇ ਮੁਲਤਾਨ ਵੇਖੇ ਨੇ। ਤਕਰੀਬਨ ਪਿੰਡੀ 'ਚ ਵੀ ਕਈ ਥਾਵਾਂ ਤੇ ਇਸ ਤਰ੍ਹਾਂ ਹੀ ਹਾਲ ਸੀ ਕਿ ਬਹੁਤ ਅੱਛਾ ਨਹੀਂ। ਅਗਰ ਤੁਸੀਂ ਮੁਨਾਦ ਕੋ ਅੱਛਾ ਕੰਮ ਲੈਣਾ ਚਾਹੁੰਦੇ ਜੇ ਤੇ ਉਹਨੂੰ ਅੱਛੀ ਰਹਾਇਸ਼ ਦੇਣਾ, ਉਹਨੂੰ ਅੱਛੀ ਤਨਖਾਹ ਦੇਣਾ, ਉਹਦੀ ਸਿਹਤ ਦਾ ਖਿਆਲ ਰੱਖਣਾ, ਉਹਦੀ ਫੈਮਿਲੀ ਦਾ ਖਿਆਲ ਰੱਖਣਾ। ਫਾਦਰ ਰੋਬਰਟ ਮਕਾਲਕ ਇੱਕ ਹੁੰਦੇ ਸਨ ਕਰਾਚੀ ਵਿੱਚ, ਤੇ ਉਹਨਾਂ ਦੀ ਮੈਂ ਬੜੀ ਅੱਛੀ ਆਦਤ ਵੇਖੀ ਸੀ ਕਿ ਜਦੋਂ ਅਸੀਂ ਉਹਨਾਂ ਦੇ ਨਾਲ ਖਾਣੇ ਲਈ ਬਾਹਰ ਜਾਣਾ ਤੇ ਜਿਹੜੇ ਉਹਨਾਂ ਦੇ ਨਾਲ ਲੇ ਪਰਸਨਸ ਪ੍ਰੋਫੈਸਰਸ ਹੁੰਦੇ ਸਨ ਉਹਨਾਂ ਦਾ ਬਹੁਤ ਇਹਤਰਾਮ ਕਰਦੇ ਸਨ, ਔਰ ਸਾਨੂੰ ਬਾਅਦ ਚ ਆਉਂਦੇ ਸਨ ਕਿ ਲੇ ਪਰਸਨਸ ਜਿਹੜੇ ਨੇ ਇਹਨਾਂ ਦੇ ਬਹੁਤ ਅਖਰਾਜਾਤ ਹੁੰਦੇ ਨੇ, ਇਸ ਲਈ ਇਹਨਾਂ ਦਾ ਖਿਆਲ ਰੱਖਿਆ ਕਰੋ। ਤੇ ਅਕਸਰ ਉਹਨਾਂ ਲੇ ਪ੍ਰੋਫੈਸਰਸ ਦੀ ਉਹ ਮਾਲੀ ਤੌਰ ਤੇ ਮਦਦ ਕਰਦੇ ਰਹਿੰਦੇ ਸਨ। ਇਸੇ ਤਰ੍ਹਾਂ ਮਿਸ਼ਨਰੀ ਜਿਹੜੇ ਸਨ ਉਹਨਾਂ ਦਾ ਵੀ ਇਹੀ ਤਰੀਕਾਕਾਰ ਸੀ ਕਿ ਅਗਰ ਉਹ ਕੈਟੇਕਿਸਟਾਂ ਨੂੰ ਤਨਖਾਹ ਥੋੜੀ ਦਿੰਦੇ ਸਨ, ਲੇਕਿਨ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ, ਉਹਨਾਂ ਦੇ ਜਿਹੜੇ ਘਰ ਦੇ ਮਸਾਇਲ, ਇਸ ਤਰ੍ਹਾਂ ਉਹਨਾਂ ਦੀ ਹੈਲਪ ਹੁੰਦੀ ਰਹਿੰਦੀ ਸੀ। ਯਾਨੀ ਉਹਨਾਂ ਦੀ ਸ਼ਾਦੀਆਂ 'ਚ ਵੀ ਫਾਦਰ ਦੀ ਕਾਫੀ ਮਾਲੀ ਇਮਦਾਦ ਸ਼ਾਮਲ ਹੁੰਦੀ ਸੀ। ਉਹਨਾਂ ਦੇ ਜਿਹੜੇ ਕੋਈ ਮੁਸ਼ਕਿਲ ਵਕਤ ਬਿਮਾਰੀ 'ਚ ਵੀ ਫਾਦਰ ਬਹੁਤ ਸਾਥ ਦਿੰਦੇ ਸਨ। ਔਰ ਉਸ ਵਕਤ 'ਚ ਜਿਹੜਾ ਕੈਟੇਕਿਸਟ ਸੀ ਇੱਕ ਬੜਾ ਪਾਵਰਫੁਲ ਫਿਗਰ ਹੁੰਦਾ ਸੀ। ਯਾਨੀ ਉਹ ਬ੍ਰਿਜ, ਪਾਵਰਫੁਲ ਮਾਲੀ ਤੌਰ ਤੇ ਨਹੀਂ, ਲੇਕਿਨ ਉਹ ਫਾਦਰ ਤੇ ਕਲੀਸਿਆ ਦਰਮਿਆਨ ਇੱਕ ਬ੍ਰਿਜ ਹੁੰਦਾ ਸੀ। ਔਰ ਉਹ ਮੇਰਾ ਖਿਆਲ ਇਹ ਕਾਫੀ ਜਿਹੜਾ ਹੈ ਬ੍ਰਿਜ ਜਿਹੜਾ ਹੈ ਕੈਟੇਕਿਸਟ ਇਹ ਕਮਜ਼ੋਰ ਹੋ ਗਿਆ ਔਰ ਇਹਨੂੰ ਬਹੁਤ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਅੱਛਾ, ਜਿਹੜੇ ਕੈਟੇਕਿਸਟ ਦੀ ਜਿਹੜੀ ਮਾਹਾਨਾ ਤਨਖਾਹ ਹੈ, ਸੈਲਰੀ ਹੈ, ਉਹ ਵੀ ਬਹੁਤ ਲੋ ਹੈ, ਹੁਣ ਤੱਕ ਲੋ ਹੈ। ਬਲਕਿ ਫਾਦਰਾਂ ਦੇ ਵੀ ਜਿਹੜੇ ਸਟਾਈਪੈਂਡਸ ਨੇ ਉਹ ਵੀ ਬਹੁਤ ਕਮ। ਜਿਹੜੀ ਗਰੀਬ ਡਾਇਸਿਸਾਂ ਨੇ, ਜਿਹੜੇ ਦਿਹਾਤੀ ਡਾਇਸਿਸਾਂ ਨੇ, ਉਹਨਾਂ ਵਿੱਚ ਜਿਹੜੇ ਪ੍ਰੀਸਟ ਨੇ ਪਿੰਡਾਂ ਦੇ ਵਿੱਚ ਰਹਿੰਦੇ, ਉਹਨਾਂ ਦਾ ਵੀ ਬਹੁਤ ਇਸ ਤਰ੍ਹਾਂ ਦੇ ਮਾਲੀ ਹਾਲਾਤ ਜਿਹੜੇ ਠੀਕ ਨਹੀਂ। ਲੇਕਿਨ ਅਸੀਂ ਕਿਉਂਕਿ ਕੈਟੇਕਿਸਟਾਂ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਫੋਕਸ ਕਰੀਏ ਕਿ ਕੈਟੇਕਿਸਟਾਂ ਦੀ ਤਨਖਾਹ ਦਾ ਬਹੁਤ ਖਿਆਲ ਰੱਖਿਆ ਜਾਣਾ ਚਾਹੀਦਾ। ਉਹਨਾਂ ਦੀ ਅੱਛੀ ਤਨਖਾਹ ਹੋਣੀ ਚਾਹੀਦੀ, ਡੀਸੈਂਟ ਸੈਲਰੀ। ਜਦੋਂ ਵੇਖੋ ਜੇ ਭੁੱਖਾ ਜਿਹੜਾ ਬੰਦਾ ਹੈ, ਇਹ ਭੁੱਖੇ ਬਟੇਰੇ ਤੁਸੀਂ ਨਹੀਂ ਲੜਾ ਸਕਦੇ। ਇਸ ਲਈ ਅਗਰ ਇਨਸਾਨ ਦੇ ਪੇਟ 'ਚ ਰੋਟੀ ਹੈ ਤੇ ਉਹਨੂੰ ਫਿਰ ਫਿਕਰ ਨਹੀਂ ਕਿ ਪਿੱਛੇ ਮੇਰੇ ਬੱਚੇ ਭੁੱਖੇ ਨੇ, ਜਾਂ ਮੇਰੀ ਬੀਵੀ ਬਿਮਾਰ ਹੈ, ਜਾਂ ਮੇਰੀ ਫੈਮਿਲੀ ਦੇ ਵਿੱਚ ਪਰੇਸ਼ਾਨੀ ਹੈ। ਲੇਕਿਨ ਜਦੋਂ ਉਹਦੀ ਜੇਬ 'ਚ ਕੁਛ ਨਹੀਂ ਹੈ, ਉਹਨੂੰ ਪਤਾ ਨਹੀਂ ਕਿ ਮੇਰੀ ਸਿਕਿਉਰਿਟੀ ਨਹੀਂ ਹੈ ਕਿਸੇ ਕਿਸਮ ਦੀ ਵੀ, ਤੇ ਉਹ ਫਿਰ ਕਿਸ ਤਰ੍ਹਾਂ ਕੰਮ ਕਰੇਗਾ। ਪੁਰਾਣੇ ਵਕਤਾਂ 'ਚ ਇਹ ਵੀ ਸੀ ਕਿ ਕੈਟੇਕਿਸਟ ਜਿਹੜਾ ਹੈ ਉਹਦਾ ਬਹੁਤ ਖਿਆਲ ਰੱਖਦੇ ਸਨ। ਮਿਸ਼ਨਰੀਜ਼ ਸਖਤ ਸਨ ਲੇਕਿਨ ਬਹੁਤ ਖਿਆਲ ਰੱਖਦੇ ਸਨ। ਹੁਣ ਮੇਰਾ ਖਿਆਲ ਸਾਡੇ ਜਿਹੜੇ ਪੰਜਾਬੀ ਫਾਦਰ ਹਾਂ, ਅਸੀਂ ਇੰਨਾ ਜ਼ਿਆਦਾ ਕੈਟੇਕਿਸਟ ਦੀ ਜਿਹੜੀ ਉਹਨਾਂ ਦੇ ਜਿਹੜੇ ਮਾਲੀ ਹਾਲਾਤ ਨੇ, ਜਿਹੜੇ ਉਹਨਾਂ ਦੇ ਖਾਨਦਾਨੀ ਹਾਲਾਤ ਨੇ, ਉਹਨਾਂ ਦੇ ਵਿੱਚ ਇੰਨਾ ਐਂਗੇਜ ਨਹੀਂ। ਅਸੀਂ ਹੋਣਾ ਨਹੀਂ ਚਾਹੁੰਦੇ ਕਿਉਂਕਿ ਸਾਡੀ ਆਪਣੀ ਫੈਮਲੀਜ਼ ਨੇ। ਅਸੀਂ ਇਸ ਲਈ ਆਪਣੀ ਫੈਮਲੀਜ਼ ਦੇ ਵਿੱਚ ਜ਼ਿਆਦਾ ਐਂਗੇਜ ਹੁੰਦੇ ਹਾਂ। ਪੁਰਾਣੇ ਵਕਤਾਂ ਜਿਹੜੇ ਫਾਦਰ ਸਨ ਉਹਨਾਂ ਦੀ ਆਪਣੀ ਫੈਮਲੀਜ਼ ਨਹੀਂ ਸਨ ਹੁੰਦੀਆਂ, ਤੇ ਉਹ ਕੈਟੇਕਿਸਟਾਂ ਦੇ ਨਾਲ ਹੀ ਮਿਲ ਕੇ ਕੰਮ, ਉਹਨਾਂ ਨੂੰ ਆਪਣੀ ਫੈਮਲੀ ਸਮਝਦੇ ਸਨ ਤੇ ਉਹਨਾਂ ਦਾ ਬਹੁਤ ਖਿਆਲ ਰੱਖਦੇ, ਜਿਹਦੀ ਵਜ੍ਹਾ ਨਾਲ ਉਸ ਵਕਤ ਦੇ ਕੈਟੇਕਿਸਟਾਂ ਨੇ ਸੈਕਰਾਮੈਂਟਲ ਚਰਚ ਦੀ ਤਾਮੀਰ 'ਚ ਬਹੁਤ ਅਹਿਮ ਕਿਰਦਾਰ ਅਦਾ ਕੀਤਾ। ਔਰ ਜੇ ਅਸੀਂ ਅੱਜ ਅੱਛੇ ਮਸੀਹੀ ਹਾਂ, ਜੇ ਸਾਡੇ ਕੋਲ ਅੱਛੀ ਮਸੀਹੀ ਤਾਲੀਮ ਹੈ, ਤੇ ਉਹਦੇ ਵਿੱਚ ਕੈਟੇਕਿਸਟਾਂ ਦਾ ਕਿਰਦਾਰ ਹੈ। ਉਹਦੇ 'ਚ ਫਾਦਰ ਸਾਹਿਬ ਦਾ ਤੇ ਹੈ ਵੇ, ਲੇਕਿਨ ਜ਼ਿਆਦਾ ਜਿਹੜਾ 80% ਜਾਂ 70% ਜਿਹੜਾ ਕਿਰਦਾਰ ਹੈ ਉਹ ਕੈਟੇਕਿਸਟ ਦਾ। ਮੇਰਾ ਮਸ਼ਵਰਾ ਹੈ ਕਿ ਅੱਛੀ ਸੈਲਰੀ ਦੇ ਨਾਲ ਕੈਟੇਕਿਸਟਾਂ ਦੀ ਹੈਲਥ ਇੰਸ਼ੋਰੈਂਸ ਦਾ ਬੰਦੋਬਸਤ ਕੀਤਾ ਜਾਣਾ ਚਾਹੀਦਾ ਹੈ। ਮੈਂ ਸੁਣਿਆ ਕਿ ਬਿਸ਼ਪ ਇੰਦਰਿਆਸ ਨੇ ਫੈਸਲਾਬਾਦ ਡਾਇਸਿਸ 'ਚ ਇਹ ਇੰਤਜ਼ਾਮ ਕੀਤਾ ਹੈ, ਲੇਕਿਨ ਅਗਰ ਦੂਸਰੀ ਡਾਇਸਿਸ ਵੀ ਇਸ ਅੱਛੇ ਮਿਸਾਲ ਨੂੰ ਫੋਲੋ ਕਰ ਸਕਣ ਤੇ ਬਹੁਤ ਅੱਛਾ ਹੋਏਗਾ। ਇਸੇ ਤਰ੍ਹਾਂ ਮੇਰੇ ਇੱਕ ਜ਼ੇਨ ਸੁਜੈਸ਼ਨ ਹੈ ਕਿ ਸਾਲ 'ਚ ਇੱਕ ਵਾਰੀ ਕੈਟੇਕਿਸਟ ਐਪਰੀਸੀਏਸ਼ਨ ਡਿਨਰ ਹੋਣਾ ਚਾਹੀਦਾ ਹੈ, ਕਿ ਕੈਟੇਕਿਸਟਾਂ ਨੂੰ ਉਸ ਦਿਨ ਅਪਰੀਸ਼ੀਏਟ ਕੀਤਾ ਜਾਏ, ਉਹਨਾਂ ਦੀ ਲਗਨ ਨੂੰ, ਉਹਨਾਂ ਦੀ ਮਿਹਨਤ ਨੂੰ, ਉਹਨਾਂ ਦੇ ਕਿਰਦਾਰ ਨੂੰ ਵੈਲੀਡੇਟ ਕੀਤਾ ਜਾਏ ਔਰ ਐਕਨੋਲਜ ਕੀਤਾ ਜਾਏ ਕਿ ਉਹਨਾਂ ਦਾ ਕਲੀਸਿਆ ਦੇ ਵਿੱਚ ਬਹੁਤ ਅਹਿਮ ਕਿਰਦਾਰ ਹੈ। ਉਹ ਫਾਦਰ ਦੇ ਮੁਲਾਜ਼ਮ ਨਹੀਂ ਹੈ, ਫਾਦਰ ਦੇ ਨਾਲ ਉਹ ਸ਼ੇਅਰ ਕਰਦੇ ਨੇ ਮਿਨਿਸਟਰੀ ਨੂੰ, ਉਹ ਫਾਦਰ ਦੇ ਕੋਈ ਜ਼ਾਤੀ ਮੁਲਾਜ਼ਮ ਨਹੀਂ। ਔਰ ਮੈਂ ਇਹ ਵੀ ਵੇਖਿਆ ਕਿ ਅਸੀਂ ਬਹੁਤ ਸਾਰੇ ਜਿਹੜੇ ਪ੍ਰੀਸਟ ਨੇ ਉਹ ਬਾਬੂ ਜੀ ਨੂੰ ਇੰਨੇ ਅੱਛੇ ਤਰੀਕੇ ਨਾਲ ਮੁਖਾਤਬ ਨਹੀਂ ਕਰਦੇ, ਜਿਹਦੀ ਵਜ੍ਹਾ ਨਾਲ ਇੱਕ ਤਰ੍ਹਾਂ ਦੇ ਕੈਟੇਕਿਸਟ ਜਿਹੜੇ ਨੇ ਉਹ ਉਹਨਾਂ ਦੀ ਡਿਗਨਿਟੀ ਜਿਹੜੀ ਹੈ ਨਾ
ਉਹ ਮੁਤਾਸਰ ਹੁੰਦੀ ਹੈ। ਇਸ ਲਈ ਉਹਨਾਂ ਨੂੰ ਅੱਛੀ ਤਰ੍ਹਾਂ ਇੱਜ਼ਤ ਨਾਲ ਬੁਲਾਇਆ ਜਾਣਾ ਬਹੁਤ ਜ਼ਰੂਰੀ ਹੈ। ਬਿਸ਼ਪ ਬੋਲਨ ਜਦੋਂ ਮੁਲਤਾਨ ਡਾਇਸਿਸ ਦੇ ਬਿਸ਼ਪ ਸਨ ਤੇ ਉਹ ਮੁਨਾਦ ਸਾਹਿਬਾਨ ਨੂੰ ਪਹਿਲੋਂ ਸਲਾਮ ਕਰਦੇ ਨੇ। ਸਲਾਮ ਬਾਬੂ ਜੀ, ਅਗਰ ਉਹਨਾਂ ਦੇ ਟੀਚਰ ਨੇ, ਸਲਾਮ ਮਾਸਟਰ ਜੀ, ਸਲਾਮ ਉਸਤਾਨੀ, ਸਭ ਤੋਂ ਪਹਿਲਾਂ ਉਹ ਖੁਦ ਸਲਾਮ ਕਰਦੇ ਸਨ। ਮੇਰਾ ਖਿਆਲ ਅਗਰ ਇਸ ਤਰ੍ਹਾਂ ਦਾ ਰਵੱਈਆ ਮੁਨਾਦ ਸਾਹਿਬਾਨ ਨਾਲ ਰੱਖਿਆ ਜਾਏ ਤੇ ਮੁਨਾਦ ਸਾਹਿਬਾਨ ਜ਼ਿਆਦਾ ਪ੍ਰੋਡਕਟਿਵ ਹੋ ਸਕਦੇ ਨੇ। ਮੇਰੇ ਖਿਆਲ 'ਚ ਕੈਥੋਲਿਕ ਚਰਚ ਵਿੱਚ ਵਸਾਇਲ ਦੀ ਕਮੀ ਨਹੀਂ ਹੈ, ਲੇਕਿਨ ਮਸਲਾ ਇਹ ਵੇ ਕਿ ਉਹਨਾਂ ਵਸਾਇਲ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ। ਬਿਸ਼ਪ ਪੌਲ, ਬਿਸ਼ਪ ਬੋਲਨ, ਇਹਨਾਂ ਨੇ ਇਹ ਪੈਸਾ ਡਾਇਸਿਸਾਂ ਦੇ ਵਿੱਚ ਬਹੁਤ ਛੱਡ ਕੇ ਗਏ ਸਨ। ਬਹੁਤ ਸਾਰੇ ਵਸਾਇਲ ਮੁਲਤਾਨ ਡਾਇਸਿਸ 'ਚ ਕਰੋੜਾਂ ਦੇ ਹਿਸਾਬ ਨਾਲ ਮੇਰੇ ਖਿਆਲ ਉਹ ਜਾਇਦਾਦਾਂ ਜ਼ਮੀਨਾਂ ਖਰੀਦ ਕੇ ਛੱਡ ਗਏ। 33 ਚੱਕ ਦੇ ਵਿੱਚ ਬਹੁਤ ਲੰਮੀ ਚੌੜੀ ਜ਼ਮੀਨ, 270 'ਚ ਵੀ ਜਿਹੜਾ ਵੀ ਪੈਰਿਸ਼ ਉਹਨਾਂ ਬਣਾਇਆ ਉਹਦੇ ਨਾਲ ਬਹੁਤ ਸਾਰੀ ਜ਼ਮੀਨ ਉਹਨਾਂ ਖਰੀਦੀ ਤਾਂ ਕਿ ਫਿਊਚਰ ਦੇ ਵਿੱਚ ਜ਼ਮੀਨ ਖਰੀਦਣ ਦੇ ਪ੍ਰੋਬਲਮ ਨਾ ਹੋਣ। ਇਸ ਲਈ ਹੁਣ ਚਾਹੀਦਾ ਕਿ ਵਸਾਇਲ ਬਹੁਤ ਨੇ, ਚਰਚਸ ਵੱਡੇ ਬਿਸ਼ਪਸ ਹਾਊਸ ਬਣਾਉਣ ਲਈ ਪੈਸੇ ਆ ਰਹੇ ਨੇ, ਲੇਕਿਨ ਕੈਟੇਕਿਸਟਾਂ ਦੀ ਸੈਲਰੀ ਰੇਜ਼ ਤੇ ਪੈਸੇ ਨਹੀਂ ਆ ਰਹੇ। ਉਹ ਤੁਹਾਨੂੰ ਸ਼ਾਇਦ ਪ੍ਰੋਪੇਗੈਂਡਾ ਫੀਦੇ ਵਾਲੇ ਜਾਂ ਚਰਚ ਨੀਡ ਵਾਲੇ ਦੇ ਸਕਦੇ ਨੇ, ਲੇਕਿਨ ਉਹ ਤੇ ਅਗਰ ਅਪਲਾਈ ਕੀਤਾ ਜਾਂਦਾ ਹੈ ਤੇ ਪਤਾ ਨਹੀਂ ਕਿਉਂ ਨਹੀਂ ਇਸ ਤਰ੍ਹਾਂ ਹੁੰਦਾ। ਜਾਂ ਜਿਹੜੇ ਵੱਡੇ ਪ੍ਰੋਜੈਕਟ ਨੇ ਇਹਨਾਂ ਵਿੱਚੋਂ ਬੱਚਤ ਕਰਕੇ ਕੈਟੇਕਿਸਟਾਂ ਦੀ ਸੈਲਰੀ ਦਾ ਇੰਤਜ਼ਾਮ, ਅੱਛੀ ਸੈਲਰੀ ਦਾ ਇੰਤਜ਼ਾਮ ਕੀਤਾ, ਸਿਰਫ ਸੈਲਰੀ ਨਹੀਂ, ਅੱਛੀ ਸੈਲਰੀ ਦਾ ਇੰਤਜ਼ਾਮ ਹੋ ਸਕਦਾ ਹੈ। ਔਰ ਕੈਟੇਕਿਸਟ ਨੂੰ ਜਦੋਂ ਤੁਸੀਂ ਉਹਦੇ ਪੇਟ 'ਚ ਖਾਣਾ ਹੋਏਗਾ, ਜਦੋਂ ਉਹਦੇ ਕੋਲ ਸਿਹਤ ਹੋਏਗੀ, ਜਦੋਂ ਖੁਸ਼ਹਾਲ ਹੋਏਗਾ ਤਾਂ ਉਹ ਜ਼ਿਆਦਾ ਪ੍ਰੋਡਕਟਿਵ ਹੋ ਸਕਦਾ ਹੈ। ਤੇ ਆਓ ਅਸੀਂ ਦੁਆ ਕਰੀਏ ਕਿ ਖੁਦਾ ਸਾਨੂੰ ਫਜ਼ਲ ਦੇ ਕਿ ਅਸੀਂ ਕੈਟੇਕਿਸਟਾਂ ਦੇ ਕਿਰਦਾਰ ਨੂੰ ਐਪਰੀਸ਼ੀਏਟ ਕਰੀਏ ਔਰ ਉਹਨਾਂ ਦੀ ਭਲਾਈ ਲਈ ਤੇ ਉਹਨਾਂ ਦੀ ਤਰੱਕੀ ਲਈ ਅਸੀਂ ਹੋਰ ਜ਼ਿਆਦਾ ਕੰਮ ਕਰੀਏ ਤਾਂ ਕਿ ਉਹ ਜ਼ਿਆਦਾ ਸੇ ਜ਼ਿਆਦਾ ਕਲੀਸਿਆ ਦੀ ਤਰੱਕੀ ਵਿੱਚ ਆਪਣਾ ਕਿਰਦਾਰ ਅਦਾ ਕਰ ਸਕਣ। ਮਿਹਰਬਾਨੀ ਨਾਲ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਤੇ ਇਹਨੂੰ ਸ਼ੇਅਰ ਕਰੋ ਔਰ ਇਹ ਤੇ ਕਮੈਂਟ ਜ਼ਰੂਰ ਕਰੋ। ਥੈਂਕਸ, ਬਾਏ।